वाले बाग का पुराना महत्व वापस करो। ਅੱਜ ਬੁੱਧੀਜੀਵੀ ਵਕੀਲ ਡਾਕਟਰ ਔਰਤਾਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਧਾਰ ਤੇ ਸਿਟੀਜ਼ਨ ਫੋਰਮ ਅੰਮ੍ਰਿਤਸਰ ਵੱਲੋਂ ਉੱਚੇ ਪੁਲ ਤੇ ਜਲਿਆਂਵਾਲੇ ਬਾਗ ਦੀ ਸ਼ਹੀਦੀ ਵਿਰਾਸਤ ਅਤੇ ਇਤਿਹਾਸਕ ਤੱਥਾਂ ਨਾਲ ਖਿਲਵਾੜ ਕਰਨ ਤੇ ਇਤਿਹਾਸਕਾਰ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸ਼ਹੀਦੀ ਪਰਿਵਾਰਾਂ ਵੱਲੋਂ ਪਿਛਲੇ 20 ਸਾਲਾਂ ਦੌਰਾਨ ਦਿੱਤੇ ਠੋਸ ਸੁਧਾਰ ਕਰਨ ਦੇ ਸੁਝਾਵਾਂ ਆਦਿ ਨੂੰ ਦਰਕਿਨਾਰ ਕਰਨ ਖਿਲਾਫ ਸਿਟੀਜ਼ਨ ਫੋਰਮ ਵੱਲੋਂ ਰੋਸ ਮਾਰਚ ਕਰਨ ਤੋਂ ਪਹਿਲਾਂ ਆਮ ਲੋਕਾਂ ਨੂੰ ਚੇਤਨ ਕਰਨ ਵਾਸਤੇ ਉੱਚੇ ਪੁਲ ਤੇ ਸੈਮੀਨਾਰ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ। ਅੰਮ੍ਰਿਤਸਰ ਤੋਂ ਸੁਖਵਿੰਦਰ ਕੋਹਲੀ ਦੀ ਖਾਸ ਰਿਪੋਰਟ ਲਾਈਵ ਭਾਰਤ। मेरा नाम जी एडवोकेट कवलजीत कौर। ਇਹ ਸਿਟੀਜ਼ਨ ਫੋਰਮ ਅੰਮ੍ਰਿਤਸਰ ਸਾਡਾ ਪ੍ਰੋਫੈਸਰਾਂ, ਡਾਕਟਰਾਂ, ਵਕੀਲਾਂ ਦਾ, ਆਮ ਨਾਗਰਿਕਾਂ ਦਾ, ਰਿਟਾਇਰੀ ਲੋਕਾਂ ਦਾ, ਜਿਹੜੇ ਬੈਂਕਾਂ 'ਚੋਂ ਅਧਿਆਪਕ ਨੇ ਉਹਨਾਂ ਦਾ ਫੋਰਮ ਅਸੀਂ ਬਣਾਇਆ ਵਾ। ਤੇ ਅਸੀਂ ਅੱਜ ਇਸ ਕਰਕੇ ਇਕੱਠੇ ਹੋਏ ਹਾਂ ਕਿਉਂਕਿ ਜਲਿਆਂਵਾਲੇ ਬਾਗ 'ਚ ਜਿਹੜੀ ਸਰਕਾਰ ਨੇ ਛੇੜਛਾੜ ਕੀਤੀ ਹੈ, ਕੇਂਦਰ ਸਰਕਾਰ ਨੇ, ਕਿਉਂਕਿ ਇਹ ਇੱਕ ਇੰਸਪੀਰੇਸ਼ਨ ਦਾ ਜਲਿਆਂਵਾਲਾ ਬਾਗ ਹੈ ਜਿੱਥੇ ਸਾਡੇ ਅੰਮ੍ਰਿਤਸਰ ਦੇ ਘੱਟੋ ਘੱਟ 450 ਜਿਹੜੇ ਲੋਕ ਜਿਹੜੇ ਸੀ ਸ਼ਹੀਦ ਹੋ ਗਏ ਸੀ। ਕੋਈ ਖੂਹ 'ਚ ਵਿਚਾਰਾ ਜਾ ਕੇ ਜਿਹੜੀ ਛਾਲ ਮਾਰੀ, ਕਿਸੇ ਦੇ ਛਾਤੀ 'ਚ ਗੋਲੀ ਵੱਜੀ ਜਿਹੜੀ ਆ, ਤੇ ਉੱਥੇ ਜਿਹੜੀਆਂ ਚੀਜ਼ਾਂ ਕਰਨ ਦੀ ਲੋੜ ਸੀ ਉਹ ਕਰਨ ਦੀ ਥਾਂ ਤੇ ਇਹਨੂੰ ਇੱਕ ਸੈਰਗਾਹ ਬਣਾਤਾ ਹਿਸਟੋਰੀਕਲ, ਕਿਉਂਕਿ ਇੱਥੋਂ ਅਸੀਂ ਇੰਸਪੀਰੇਸ਼ਨ ਲੈ ਕੇ ਲੋਕ ਜਿਹੜੇ ਆ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਵੀ ਪਹਿਲਾਂ ਵੀ ਲੜੇ ਤੇ ਹੁਣ ਵੀ ਜਿਹੜੇ ਲੋਕ ਜਿਹੜੇ ਲਗਾਤਾਰ ਜੋ ਸਰਕਾਰਾਂ ਬੇਈਮਾਨ ਹੁੰਦੀਆਂ ਵਾ, ਇੱਥੋਂ ਦੀ ਮਿੱਟੀ ਖੜ ਕੇ ਅਸੀਂ ਕਿਸਾਨ ਹੱਦਾਂ ਦੇ ਬੈਠੇ ਨੇ, ਅਸੀਂ ਇੱਥੋਂ ਦੀ ਮਿੱਟੀ ਲੈ ਕੇ ਗਈ ਸਾਂ, ਭੈਣਾਂ ਸਾਰੀਆਂ ਸੀ। ਜਲਿਆਂਵਾਲੇ ਬਾਗ ਦੀ ਮਿੱਟੀ ਉਹਨਾਂ ਨੂੰ ਹਿੰਮਤ ਦੇਣ ਵਾਸਤੇ ਵੀ, ਜਿੱਦਾਂ ਸਾਡੇ ਜਿਹੜੇ ਸ਼ਹੀਦ ਲੜੇ ਸੀ ਉਹਨਾਂ ਹਿੱਕਾਂ 'ਚ ਗੋਲੀਆਂ ਖਾ ਲਈਆਂ ਸੀ, ਉਸੇ ਤਰੀਕੇ ਦੇ ਨਾਲ ਜਿਹੜੇ ਅਸੀਂ ਇਹ ਕਾਨੂੰਨ ਵਾਪਸ ਕਰਨ ਤੋਂ ਬਿਨਾਂ ਜਿਹੜਾ ਵਾ ਨਹੀਂ ਮੁੜਨਾ। ਇਹ ਸਾਡਾ ਇੱਕ ਜਿਹੜਾ ਵਾ ਸਾਡੀ ਮਤਲਬ ਪ੍ਰੇਰਨਾ ਦਾ ਸਰੋਤ ਆ, ਜਿਹਨੂੰ ਇਹਨਾਂ ਨੇ ਬਦਲ ਕੇ ਰੱਖਤਾ ਵਾ। ਇਹ ਜਿਹੜੀ ਲਾਟ ਆ ਉਹਨੂੰ ਤਬਦੀਲ ਕਰਕੇ ਹੋਰ ਥਾਂ 'ਤੇ ਕਰਤਾ, ਡੈਕੋਰੇਟ ਕਰਤਾ ਵਾ। ਜਿਹੜਾ ਖੂਹ 1958 'ਚ ਬਣਿਆ ਸੀ ਉਸ ਖੂਹ ਨੂੰ ਵੀ ਸਾਰਾ ਹੀ ਟੋਟਲ ਜਿਹੜਾ ਤਬਦੀਲ ਕਰਤਾ ਇਹਨਾਂ ਨੇ। ਜਿਹੜਾ ਵਾ ਜਿਹੜੀ ਥਾਂ ਤੋਂ ਗੋਲੀਆਂ ਚੱਲੀਆਂ ਸੀ ਅੰਗਰੇਜ਼ਾਂ ਨੇ ਚਲਾਈਆਂ ਸੀ ਉਹਦਾ ਵੀ ਜਿਹੜਾ ਵਾ ਇਹਨਾਂ ਸਾਰਾ ਕੁਝ ਵਿਗਾੜ ਕਰਤਾ ਵਾ। ਫਿਰ ਮਸ਼ੀਨਾਂ ਲਾਤੀਆਂ ਗਈਆਂ ਵਾ ਪੈਸੇ ਕਮਾਉਣ ਵਾਸਤੇ, ਜਦੋਂ ਕਿ ਸ਼ਹੀਦਾਂ ਜਿਹੜੇ ਹੁੰਦੇ ਨਾ, ਸ਼ਹੀਦ ਦੇਸ਼ ਦੇ ਹੁੰਦੇ ਆ, ਉਹ ਦੇਸ਼ ਦਾ ਸਰਮਾਇਆ ਹੁੰਦਾ, ਉਹਨਾਂ ਤੋਂ ਪੈਸੇ ਨਹੀਂ ਵੱਟੇ ਜਾਂਦੇ, ਖੱਟੇ ਜਾਂਦੇ। ਬਿਲਕੁਲ ਜੀ, ਇਤਿਹਾਸ ਨਾਲ ਛੇੜਖਾਨੀਆਂ ਜਿਹੜੇ ਬੋਲ ਰਹੇ ਨੇ ਪ੍ਰੋਫੈਸਰ ਸੋਹਲ ਸਾਹਿਬ ਹਿਸਟਰੀ ਡਿਪਾਰਟਮੈਂਟ ਦੇ ਹੈੱਡ ਨੇ, ਇਹ ਹਿਸਟੋਰੀਅਨ ਨੇ ਬੜੇ ਤਗੜੇ ਜਿਹੜਾ ਇਤਿਹਾਸ ਦੱਸਣ ਦੇ ਨੇ। ਜਿਸ ਦਾ ਇਤਿਹਾਸ ਨੂੰ ਮੁਕਾ ਦੋਗੇ ਤੇ ਤੁਹਾਡੇ ਦੇਸ਼ ਦੇ ਜਿਹੜੇ ਬੱਚੇ ਜਿਹੜੇ ਆਉਣ ਵਾਲੀਆਂ ਜਿਹੜੀ ਜਨਰੇਸ਼ਨ ਜਿਹੜੀ ਆ, ਤੁਸੀਂ ਉਹਨੂੰ ਇੰਨੀ ਖੁੰਡੀ ਕਰ ਲੋਗੇ, ਉਹਨਾਂ ਨੂੰ ਪਤਾ ਹੀ ਨਹੀਂ ਹੋਊਗਾ ਆਪਣੇ ਇਤਿਹਾਸ ਦਾ, ਉਹ ਲੜ ਹੀ ਨਹੀਂ ਸਕਣਗੇ। ਜੇ ਤੁਹਾਡੇ ਤੇ ਕੋਈ ਆਣ ਕੇ ਹਾਕਮ ਜਿਹੜਾ ਵਾ ਬੁਰਾ ਹਾਕਮ ਜਾਂ ਵਿਦੇਸ਼ਾਂ ਤੋਂ ਵੀ ਕੋਈ ਆ ਕੇ ਹਮਲਾ ਕਰਦਾ ਵਾ, ਤੁਹਾਡੇ ਦੇਸ਼ ਦੇ ਲੋਕ ਲੜ ਨਹੀਂ ਸਕਣਗੇ, ਤੁਹਾਡੇ ਬੱਚੇ ਨਹੀਂ ਲੜ ਸਕਣਗੇ। ਇਹ ਸਾਡੇ ਵੱਲੋਂ ਜੀ ਸਿਟੀਜ਼ਨ ਫੋਰਮ ਹੈ ਸਾਡਾ ਜਿਹੜਾ ਔਰ ਬਣਿਆ ਸਾਡਾ, ਸਾਰੇ ਪ੍ਰੋਫੈਸਰਾਂ, ਡਾਕਟਰਾਂ, ਵਕੀਲਾਂ ਦਾ ਤੁਹਾਨੂੰ ਦੱਸਿਆ, ਉਹਦੇ ਵੱਲੋਂ ਕੀਤਾ ਜਾ ਰਿਹਾ ਰੋਸ ਮਾਰਚ। मैं डॉक्टर अमरजीत सिंह सिद्धू, प्रोफैसर यूनिवर्सिटी बिजनेस स्कूल गुरु नानक देव यूनिवर्सिटी ਅੰਮ੍ਰਿਤਸਰ ਸਿਟੀਜ਼ਨ ਫੋਰਮ ਦਾ ਐਕਟਿਵਿਸਟ ਆ। ਔਰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ, ਇਹ ਜਿਹੜੀਆਂ ਜਲਿਆਂਵਾਲੇ ਬਾਗ ਦੀ ਜਿਹੜੀ ਸ਼ਹੀਦੀ ਸਾਡੀ ਸਮਾਗ ਉਹਦੇ ਵਿੱਚੋਂ ਜੋ ਉਹਦੇ ਨਾਲ ਛੇੜਛਾੜ ਕੀਤੀ ਗਈ ਆ, ਉਹਦੇ ਜਿਹੜੇ ਵਿਰੋਧ ਦੇ ਵਿੱਚ ਉਹ ਜਿਹੜੀਆਂ ਉੱਥੇ ਜਿਹੜਾ ਸਾਡੇ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦੀਆਂ ਜਿਹੜਾ ਉਹਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਯਾਦਾਂ ਨੂੰ, ਉਸ ਦੇ ਖਿਲਾਫ ਇਹ ਅੱਜ ਸਿਟੀਜ਼ਨ ਫੋਰਮ ਵੱਲੋਂ ਉਚੇਚੇ ਤੌਰ ਤੇ ਇਹ ਪਹਿਲਾਂ ਇੱਥੇ ਭਾਸ਼ਣ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਸਾਰੇ ਦੇ ਸਾਰੇ ਜਿਹੜੇ ਪਾਰਟਿਸਪੈਂਟ ਨੇ ਉਹ ਇੱਥੋਂ ਪੈਦਲ ਜਲਿਆਂਵਾਲੇ ਬਾਗ ਦੇ ਤੱਕ ਯਾਤਰਾ ਕਰਕੇ ਅੱਜ ਪ੍ਰੋਟੈਸਟ ਕਰਨਗੇ। ਕਿਉਂਕਿ ਤੁਸੀਂ ਇਹ ਜਾਣਦੇ ਜੇ ਕਿ ਪਿਛਲੇ ਸਮੇਂ ਦੇ ਵਿੱਚ ਆਲਮੋਸਟ ਇਹਨੂੰ ਸਾਲ ਡੇਢ ਸਾਲ ਜਲਿਆਂਵਾਲੇ ਬਾਗ ਨੂੰ ਬੰਦ ਕੀਤਾ ਗਿਆ, ਇਸ ਦੇ ਅੰਦਰ ਕਿ ਇਹਨੂੰ ਜਿਹੜਾ ਇਹਦਾ ਨਵੀਨੀਕਰਨ ਕਰਨਾ, ਇਹਦੀ ਸੁੰਦਰਤਾ ਕਰਨੀ ਆ ਇਹਨੂੰ, ਕਿਉਂਕਿ ਇੱਥੇ ਬਹੁਤ ਲੋਕ ਵਿਜ਼ਿਟਰ ਆਉਂਦੇ ਆ। ਪਰ ਜਦੋਂ ਇਹ ਖੁੱਲ੍ਹਿਆ, ਲੋਕਾਂ ਨੂੰ ਸ਼ੰਕਾਵਾਂ ਤਾਂ ਪਹਿਲਾਂ ਹੀ ਸੀਗੀਆਂ ਕਿ ਇਹਦੇ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ, ਪਰੰਤੂ ਜਦੋਂ ਇਹਨੂੰ ਦੇਖਿਆ ਗਿਆ ਇਹ ਪਤਾ ਲੱਗਾ ਕਿ ਉਸ ਦੇ ਵਿੱਚ ਉਸ ਤਰ੍ਹਾਂ ਦੇ ਜਿਹੜੇ ਉਹਦੇ ਮਿਟਾਉਣ ਦੀ
ਖੋਜ-ਖੁਰਾ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਜਿਵੇਂ ਜਦੋਂ ਅਸੀਂ ਉਹਦੇ 'ਚ ਦਾਖਲ ਹੁੰਦੇ ਆ, ਜਿਹੜੀ ਬਹੁਤ ਤੰਗ ਗਲੀ ਜਿੱਥੋਂ ਡਿਵਾਇਰ ਨੇ ਐਂਟਰ ਹੋ ਕੇ ਜਿਹੜੀਆਂ ਗੋਲੀਆਂ ਚਲਾਈਆਂ ਔਰ ਜਿਹਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਆਪਣਾ ਸਾਂਝਾ ਖੂਨ ਵਹਾਇਆ। ਇਸੇ ਤਰ੍ਹਾਂ ਜਿਹੜਾ ਖੂਨੀ ਖੂਹ ਸੀਗਾ ਉਸ ਦੀ ਵੀ ਜਿਹੜੀ ਸ਼ਕਲ ਆ ਉਹ ਵਿਗਾੜੀ ਗਈ ਆ। ਜਿਹੜੀ ਉੱਥੇ ਸਮਾਰਕ ਸੀਗੀ ਉਹ ਜਿਹੜੀ ਬਣਾਈ ਗਈ ਸੀ ਉਹਦੇ ਉੱਤੇ ਹਰ ਇੱਕ ਜਿਹੜਾ ਜਾ ਕੇ ਨਮਸਕਾਰ ਕਰਦਾ ਸੀ, ਉਸ ਦੀ ਵੀ ਜਿਹੜੀ ਪੋਜੀਸ਼ਨ ਆ ਉਹਨੂੰ ਬਦਲਿਆ ਗਿਆ। ਔਰ ਉਹ ਇੰਜ ਨਹੀਂ ਲੱਗਦਾ ਜਿਹੜੇ ਲੋਕਾਂ ਨੇ ਜਲ੍ਹਿਆਂਵਾਲੇ ਬਾਗ ਨੂੰ ਪਹਿਲਾਂ ਦੇਖਿਆ ਸੀ ਅੱਜ ਤੋਂ 1.5 ਸਾਲ ਪਹਿਲਾਂ, ਜਾਂ ਜਿਹੜੇ ਛੋਟੇ ਹੁੰਦਿਆਂ ਤੋਂ ਉਹਨੂੰ ਦੇਖਦੇ ਰਹੇ ਆ, ਉਹਦੇ ਵਿੱਚ ਉਸ ਤਰ੍ਹਾਂ ਦੀ ਕੋਈ ਲੱਗਦੀ ਨਹੀਂ ਕਿ ਉਹੀ ਜਲ੍ਹਿਆਂਵਾਲਾ ਬਾਗ ਆ। ਬਹੁਤ ਥੋੜ੍ਹੇ ਜਿਹੇ ਮਾਮੂਲੀ ਜਿਹੇ ਜਿਹੜੇ ਗੋਲੀਆਂ ਦੇ ਨਿਸ਼ਾਨ ਆ ਇੱਕ ਦੀਵਾਰ ਦੇ ਉੱਤੇ ਪ੍ਰਜ਼ਰਵ ਕੀਤੇ ਗਏ ਆ। ਸੋ ਅੱਜ ਦੀ ਇਹ ਸਾਡੀ ਜਿਹੜੀ ਪ੍ਰੋਟੈਸਟ ਆ, ਅੱਜ ਦੀ ਜਿਹੜੀ ਸਾਡੀ ਇਹ ਮਾਰਚ ਆ, ਇਹ ਇਸ ਗੱਲ ਲਈ ਆਰਗੇਨਾਈਜ਼ ਕੀਤੀ ਗਈ ਆ ਕਿ ਸਰਕਾਰ ਨੂੰ ਅਸੀਂ ਇਸ ਗੱਲ ਦੀ ਜਿਹੜੀ ਆ ਉਹ ਚੇਤਾਵਨੀ ਦਿੰਦੇ ਆ ਕਿ ਇਸ ਦੀ ਜਿਹੜੀ ਪਹਿਲੀ ਜੋ ਦਿੱਖ ਸੀਗੀ ਉਹਨੂੰ ਬਹਾਲ ਕੀਤਾ ਜਾਵੇ। ਜਿੰਨੀ ਦੇਰ ਤੱਕ ਇਹਦੀ ਦਿੱਖ ਨੂੰ ਨਹੀਂ ਬਹਾਲ ਕੀਤਾ ਜਾਊਗਾ ਉਨੀ ਦੇਰ ਤੱਕ ਅਸੀਂ ਇਹਦੇ ਖਿਲਾਫ ਪ੍ਰੋਟੈਸਟ ਕਰਦੇ ਰਵਾਂਗੇ ਔਰ ਹੋਰ ਲੋਕਾਂ ਨੂੰ ਵੀ ਇਹਦੇ ਬਾਰੇ ਜਾਗਰੂਕ ਜਿਹੜਾ ਕਰਾਂਗੇ। ਕਿਉਂਕਿ ਇਹ ਜਿਹੜਾ ਸਿਟੀਜ਼ਨ ਫੋਰਮ ਆ ਇਹ ਸਾਰੇ ਇੱਕ ਬੁੱਧੀਜੀਵੀਆਂ ਦਾ, ਪੜ੍ਹੇ ਲਿਖੇ ਲੋਕਾਂ ਦਾ ਇੱਕ ਪਲੇਟਫਾਰਮ ਆ ਜਿਹੜਾ ਅਸੀਂ ਕੋਈ ਅੱਜ ਤੋਂ 2 ਸਾਲ ਪਹਿਲੇ ਇੱਥੇ ਖੜਾ ਕੀਤਾ ਸੀ ਔਰ ਅਸੀਂ ਕਾਫੀ ਜਿਹੜੀਆਂ ਗਤੀਵਿਧੀਆਂ ਇਹਦੇ ਤਹਿਤ ਕਰ ਚੁੱਕੇ ਹਾਂ। ਔਰ ਇਹਦੇ ਵਿੱਚ ਹਰ ਵਰਗ ਦੇ ਡਾਕਟਰ, ਵਕੀਲ, ਪ੍ਰੋਫੈਸਰਸ, ਜਿਹੜੇ ਹੋਰ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਨੇ ਉਹ ਸਾਰੇ ਇਹਦੇ ਵਿੱਚ ਸ਼ਾਮਲ ਨੇ। ਸਾਰੀਆਂ ਧਿਰਾਂ ਇਹਦੇ ਵਿੱਚ ਸ਼ਾਮਲ ਨੇ, ਚਾਹੇ ਕਿਸੇ ਦੀ ਕਿਸੇ ਵੀ ਤਰ੍ਹਾਂ ਦੀ ਵਿਚਾਰਧਾਰਾ ਹੋਵੇ। ਤੁਸੀਂ ਇਹ ਦੇਖਿਆ ਹੋਵੇਗਾ ਕਿ ਹੁਣੇ ਹੀ ਭਾਵੇਂ ਕਿ ਵਿਚਾਰਧਾਰਾ ਵੱਖ-ਵੱਖ ਹੋਣ, ਅਜੇ ਕਿ ਪ੍ਰਧਾਨ ਮੰਤਰੀ ਦੀ ਜਿਹੜੀ ਆ ਰਹਿਨਮਾਈ ਦੇ ਥੱਲੇ ਸਾਰੀ ਨਵੀਨੀਕਰਨ ਕੀਤਾ ਗਿਆ। ਈਵਨ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਇੱਥੋਂ ਦੇ BJP ਦੇ ਮੰਤਰੀ ਰਹੇ ਨੇ ਲਕਸ਼ਮੀ ਕਾਂਤਾ ਜੀ, ਉਹਨਾਂ ਨੇ ਵੀ ਇਸ ਦਾ ਜਿਹੜਾ ਇਤਰਾਜ਼ ਜਤਾਇਆ ਔਰ ਇਹਦੇ ਖਿਲਾਫ ਜਿਹੜਾ ਚਿੱਠੀਆਂ ਵੀ ਲਿਖੀਆਂ ਨੇ ਕਿ ਇਹਦੇ ਵਿੱਚ ਜਿਹੜੀ ਛੇੜਛਾੜ ਕੀਤੀ ਗਈ ਆ ਉਹਨੂੰ ਦੁਬਾਰਾ ਜਿਹੜੀ ਇਹਦੀ ਓਰੀਜਨਲ ਜਿਹੜੀ ਇਹਦੀ ਸੀਗੀ ਜੋ ਸ਼ਕਲ ਸੀ ਉਹਨੂੰ ਵਾਪਸ ਲਿਆਉਣਾ ਚਾਹੀਦਾ। ਸੋ ਇਹ ਸਾਡੀ ਅੱਜ ਅਪੀਲ ਆ ਸਰਕਾਰ ਨੂੰ, ਸਾਡੀ ਪੰਜਾਬ ਦੀ ਸਰਕਾਰ ਨੂੰ ਵੀ ਅਪੀਲ ਆ, ਪਰ ਮੁੱਖ ਤੌਰ ਤੇ ਸੈਂਟਰ ਦੀ ਸਰਕਾਰ ਨੂੰ, ਜਿਹੜੀ ਵੀ ਕਮੇਟੀ ਨੇ ਇਹਨੂੰ ਆਰਗੇਨਾਈਜ਼ ਕੀਤਾ ਉਹਨਾਂ ਨੂੰ ਅਪੀਲ ਆ ਕਿ ਇਹਨੂੰ ਇਸ ਦੀ ਮੁੜ ਬਹਾਲੀ ਜਿਹੜੀ ਹੈ ਇਹਦੀ ਜਿਹੜੀ ਜਿੱਥੇ ਇਹ ਬਹੁਤ ਹੀ ਇੱਕ ਮਹੱਤਵਪੂਰਨ ਸਾਡੀ ਜਿਹੜੀ ਆਜ਼ਾਦੀ ਦੀ ਲੜਾਈ ਦੇ ਸਮੇਂ ਦਾ ਜਿਹੜਾ ਇੱਕ ਨਿਸ਼ਾਨੀ ਹੈ, ਜਿਹਦੇ ਵਿੱਚ ਲੋਕਾਂ ਨੇ ਉਸ ਸਮੇਂ ਦੀ ਬਹੁਤ ਹੀ ਜ਼ਾਲਮ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤਾ ਸੀ ਔਰ ਆਜ਼ਾਦੀ ਦੀ ਮੰਗ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੂੰ ਨਿਹੱਥਿਆਂ ਨੂੰ ਜਿਹੜਾ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਸੀ। ਔਰ ਇਹ ਇੱਕ ਬਹੁਤ ਹੀ ਸਾਡੀ ਅਹਿਮ ਯਾਦਗਾਰ ਆ ਔਰ ਇਹਨੂੰ ਕਿਸੇ ਵੀ ਕੌਸ ਦੇ ਉੱਤੇ ਇਹ ਟੋਲਰੇਟ ਨਹੀਂ ਕੀਤਾ ਜਾਏਗਾ ਕਿ ਇਹਨੂੰ ਇਸ ਸ਼ਕਲ ਸੂਰਤ ਦੀ ਜਿਹੜੀ ਵਿਗਾੜੀ ਜਾਵੇ। ਹਾਂ, ਇਹਦੇ ਵਿੱਚ ਜਿਹੜੀ ਮੁੱਖ ਤੌਰ ਦੇ ਉੱਤੇ ਜਿਹੜੀ ਸਾਡੀ ਦੇਸ਼ ਭਗਤ ਯਾਦਗਾਰ ਆ ਜਲੰਧਰ, ਜਿਹੜੀ ਬਾਬਿਆਂ ਦੇ ਗਦਰੀ ਬਾਬਿਆਂ ਦੇ ਨਾਂ ਦੇ ਉੱਤੇ ਕੰਮ ਕਰਦੀ ਆ ਸੰਸਥਾ, ਉਹਨਾਂ ਨੇ ਵੀ ਅਚੇਚੇ ਤੌਰ ਦੇ ਉੱਤੇ ਇਸ ਦਾ ਨੋਟਿਸ ਲਿਆ। ਇਹਦੇ ਵਿੱਚ ਹੋਰ ਜਿਹੜੇ ਹਿਸਟੋਰੀਅਨ ਨੇ, ਜਿਹੜੇ ਹੋਰ ਇਹਦੇ ਨਾਲ ਲੰਬੇ ਸਮੇਂ ਤੋਂ ਜੁੜੇ ਨੇ ਜਲ੍ਹਿਆਂਵਾਲੇ ਬਾਗ ਦੇ ਨਾਲ, ਜਿਨ੍ਹਾਂ ਨੇ ਖੋਜ ਕੀਤੀ ਆ ਔਰ ਇਸੇ ਤਰ੍ਹਾਂ ਹੀ ਜਿਹੜੇ ਸ਼ਹੀਦਾਂ ਦੇ ਪਰਿਵਾਰ ਨੇ ਉਹਨਾਂ ਵੱਲੋਂ ਵੀ ਇਸ ਦੇ ਖਿਲਾਫ ਜਿਹੜਾ ਆਵਾਜ਼ ਉਠਾਈ ਗਈ ਆ। ਔਰ ਇਹ ਹੌਲੀ ਇੱਕ ਬਹੁਤ ਵੱਡੀ ਮੁਹਿੰਮ ਬਣੇਗੀ ਕਿ ਕਿਸ ਤਰ੍ਹਾਂ ਜਿਹੜਾ ਵਾ ਉਹ ਜਲ੍ਹਿਆਂਵਾਲੇ ਬਾਗ ਦੀ ਜਿਹੜੀ ਪੁਰਾਣੀ ਜਿਹੜੀ ਸ਼ਕਲ ਸੂਰਤ ਸੀਗੀ, ਤਾਂ ਕਿ ਲੋਕਾਂ ਦੇ ਜ਼ਹਿਨ ਦੇ ਵਿੱਚ ਇਹ ਰਵੇ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦਾ ਕੀ ਰੋਲ ਹੁੰਦਾ ਲੋਕਾਂ ਦੇ ਪ੍ਰਤੀ, ਉਹਦੀ ਇੱਕ ਬਹੁਤ ਵੱਡੀ ਇਹ ਨਿਸ਼ਾਨੀ ਸੀ ਜਿਸ ਨੂੰ ਇੱਕ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਉਂਕਿ ਸਰਕਾਰ ਭਾਵੇਂ ਅੱਜ ਇੰਡੀਆ ਦੇ ਵਿੱਚ ਜਿਹੜੀ ਆ ਇਸ ਤਰ੍ਹਾਂ ਦੀ ਆ ਜਿਹਨੂੰ ਅਸੀਂ ਕਹੀਏ ਕਿ ਇੱਥੋਂ ਦੀ ਚੁਣੀ ਹੋਈ ਸਰਕਾਰ ਆ, ਪਰ ਇਹਨਾਂ ਦੇ ਕਾਫੀ ਕੁਝ ਰਲਦਾ ਮਿਲਦਾ, ਕਿਉਂਕਿ ਇਹ ਸਾਰੇ ਦੇ ਸਾਰੇ ਜਿਹੜੇ ਆ ਪੂੰਜੀਵਾਦ ਸਿਸਟਮ ਦੇ ਨਾਲ ਜੁੜੇ ਨੇ ਔਰ ਪੂੰਜੀਵਾਦ ਦਾ ਇੱਕ ਹੀ ਨਿਸ਼ਾਨਾ ਹੁੰਦਾ ਕਿ ਕਿਵੇਂ ਲੋਕਾਂ ਨੂੰ ਦੱਬਿਆ ਜਾਵੇ, ਕਿਵੇਂ ਲੋਕਾਂ ਨੂੰ ਧਿਆਨ ਜਿਹੜਾ ਇਸ ਤਰ੍ਹਾਂ ਦੇ ਕੰਮਾਂ ਵੱਲੋਂ ਰੈਵੋਲੂਸ਼ਨਰੀ ਵਿਚਾਰਧਾਰਾ ਜਿਹੜੀਆਂ ਨੇ ਉਹਨਾਂ ਵੱਲੋਂ ਕਿਵੇਂ ਦੂਰ ਕੀਤਾ ਜਾਣਾ। ਸੋ ਅਸੀਂ ਨਹੀਂ ਸਮਝਦੇ ਕਿ ਇਹ ਕੋਈ ਕਿਸੇ ਇਹਨੂੰ ਇੱਕ ਬੜੇ ਪਲਾਨਡ ਵੇ ਦੇ ਨਾਲ ਕੀਤਾ ਗਿਆ। ਅਸੀਂ ਨਹੀਂ ਕਹਿੰਦੇ ਵੀ ਇਹ ਐਵੇਂ ਹੀ ਹੋ ਗਿਆ, ਕਿਤੇ ਇਹਦੇ ਥੱਲੇ ਕੋਈ ਨਾ ਕੋਈ ਸਾਜ਼ਿਸ਼ ਸੀ ਜਿਹਦੇ ਤਹਿਤ ਇਹਨੂੰ ਇਹ ਨਵੀਨੀਕਰਨ ਦਾ ਨਾਂ ਦੇ ਕੇ ਸੁੰਦਰਤਾ ਦੇਣ ਦਾ ਕਰਕੇ, ਜਿਵੇਂ ਅਸੀਂ ਦੇਖਦੇ ਹਾਂ ਵੀ ਜਿਹੜੀ ਗਲੀ ਦੇ ਵਿੱਚ ਦੀ ਵੜਦੇ ਹਾਂ ਉੱਥੇ ਭੰਗੜਾ ਪਾਉਂਦੇ ਲੋਕਾਂ ਨੂੰ ਵਿਖਾਇਆ ਜਾ ਰਿਹਾ, ਜਿੱਥੇ ਲੋਕਾਂ ਨੇ ਰੀਂਗ ਕੇ ਲਾਸ਼ਾਂ ਜਿਹੜੀਆਂ ਪਈਆਂ ਸੀ, ਢੇਰ ਦੇ ਢੇਰ ਲਾਸ਼ਾਂ ਦੇ ਪਏ ਸੀ, ਉਸ ਗਲੀ ਦਾ ਕੀ ਹੁਲੀਆ ਵਿਗਾੜਿਆ। ਉੱਥੇ ਇਸ ਤਰ੍ਹਾਂ ਦੇ ਵੀ ਪ੍ਰਬੰਧ ਕੀਤੇ ਗਏ ਕਿ ਲੰਬੇ ਸਮੇਂ ਦੇ ਵਿੱਚ ਇੱਥੇ ਟਿਕਟ ਲੱਗੇਗੀ। ਸੋ ਇਹ ਕੋਈ ਉਸ ਤਰ੍ਹਾਂ ਦਾ ਜਗ੍ਹਾ ਨਹੀਂ
ਸੀ। ਇਹ ਤੇ ਉਹ ਜਗ੍ਹਾ ਹੈ ਜਿਹਨੂੰ ਹਰ ਇੱਕ ਜਿਹੜਾ ਨਮਸਕਾਰ ਕਰਦਾ ਔਰ ਹਰ ਇੱਕ ਦੇ ਦਿਲ ਦੇ ਵਿੱਚ ਸ਼ਰਧਾ। ਕੋਈ ਵੀ ਇੱਥੋਂ ਦਾ ਵਿਜ਼ਟਰ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਣ ਵਾਸਤੇ ਜਾਂਦਾ, ਉਹਦੀ ਹਰ ਇੱਕ ਦੀ ਖਾਸ਼ ਹੁੰਦੀ ਹੈ ਕਿ ਉਹ ਜਲ੍ਹਿਆਂਵਾਲੇ ਬਾਗ ਦਾ ਵੀ ਮੱਥਾ ਟੇਕੇ ਔਰ ਉਹਨੂੰ ਸਿਜਦਾ ਕਰੇ, ਕਿਉਂਕਿ ਇਹ ਸਾਡੀ ਇੱਕ ਬਹੁਤ ਹੀ ਜਿਹੜੀ ਜਿੱਥੇ ਲੋਕਾਂ ਨੇ ਜਾਨਾਂ ਦਿੱਤੀਆਂ, ਸਾਡੀ ਆਜ਼ਾਦੀ ਲਹਿਰ ਦਾ ਇੱਕ ਬਹੁਤ ਵੱਡਾ ਮਨਾਰ ਹੈ ਜਿਹੜਾ ਜਲ੍ਹਿਆਂਵਾਲਾ ਬਾਗ। ਸਾਹਿਬ ਜੇ ਗੱਲ ਕੀਤੀ ਜਾਵੇ ਤੇ ਉੱਥੇ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੇ ਨਾਮ ਹੈ ਜਿਹੜੇ ਉਹ ਪੈਰਾਂ ਵਿੱਚ ਹੁੰਦੇ ਜਾਂਦੇ ਤੇ ਲੋਕਾਂ ਦੇ ਬਹੁਤ ਹੀ ਲੰਘਦੇ ਜਿਹੜੇ ਨਜ਼ਰ ਆ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਹਾਂ, ਉਹ ਵੀ ਇਹ ਸਾਰੀਆਂ ਖਾਮੀਆਂ ਨੇ ਇਹਦੇ ਵਿੱਚ। ਚਾਹੀਦਾ ਤੇ ਇਹ ਵੀ ਜਿਹੜੇ ਲੋਕੀ ਇਹਦੇ ਨਾਲ ਬਹੁਤ ਇਸ ਯਾਦਗਾਰ ਦੇ ਨਾਲ ਬਹੁਤ ਜੁੜੇ ਹੋਏ ਸੀ ਲੰਬੇ ਸਮੇਂ ਤੋਂ, ਜਿਹੜੇ ਲੋਕਾਂ ਨੂੰ ਪਤਾ ਹੈ ਕਿ ਜਿਹੜਾ ਪੁਰਾਣੇ ਜਿਹੜੇ ਸਾਡੇ ਇਸ ਤਰ੍ਹਾਂ ਦੇ ਜਗ੍ਹਾ ਹੁੰਦੀਆਂ ਨੇ ਉਹਨਾਂ ਨੂੰ ਕਿਵੇਂ ਸਾਂਭਣਾ ਸੂਤਣਾ ਹੈ, ਇਹ ਉਸ ਤਰ੍ਹਾਂ ਦੇ ਤਰੀਕੇ ਨਾਲ ਇਹ ਨਹੀਂ ਕੀਤਾ ਗਿਆ ਨਾ। ਇਹਨੂੰ ਬੜੀ ਕਾਹਲ ਦੇ ਵਿੱਚ ਤੇ ਬੜੇ ਕਿਸੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ, ਤਾਂ ਕਿ ਲੋਕਾਂ ਨੂੰ ਜਿਹੜਾ ਪੁਰਾਣਾ ਇਤਿਹਾਸ ਆ ਉਹ ਭੁਲਾ ਦਿੱਤਾ ਜਾਵੇ ਕਿ ਕਿਸ ਤਰ੍ਹਾਂ ਲੋਕ ਜਿਹੜੀ ਆ ਉਹ ਜਦੋਂ ਸਰਕਾਰਾਂ ਜ਼ੁਲਮ ਕਰਦੀਆਂ ਤਾਂ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਖੜਦੇ ਵੀ ਆਪਣੀ ਜਾਨਾਂ ਦੀ ਪਰਵਾਹ ਨਹੀਂ ਕਰਦੇ। ਇਹ ਮਤਲਬ ਕਿ ਉਸ ਤਰ੍ਹਾਂ ਦੀ ਇੱਕ ਸਾਜ਼ਿਸ਼ ਆ ਤੇ ਉਹ ਇੱਕ ਬਹੁਤ ਹੀ ਇਹ ਮਾੜੀ ਗੱਲ ਹੈ ਕਿ ਜਿੱਥੇ ਸ਼ਹੀਦਾਂ ਦੇ ਨਾਂ ਜਿਹੜੇ ਨੇ ਉਹ ਥੱਲੇ ਲੋਕਾਂ ਦੇ ਪੈਰਾਂ ਥੱਲੇ ਹੋਣ। ਬੜੇ ਹੋਰ ਤਰੀਕੇ ਨੇ ਉਹਨਾਂ ਨੂੰ ਯਾਦ ਕਰਨ ਦੇ, ਜਿਵੇਂ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਕਿ ਉਧਰ ਰਣਜੀਤ ਐਵੀਨਿਊ ਵੱਲ ਬਣ ਕੇ ਇੱਕ 5 ਮੀਨਾਰ ਜਿਹੜੀ ਆ ਨਵੀਂ ਇੱਕ ਇਹਨਾਂ ਦੀ ਯਾਦਗਾਰ ਦੇ ਵਿੱਚ ਕੀਤੀ ਗਈ ਆ। ਮੇਰਾ ਖਿਆਲ ਹੈ ਕਿ ਇਹ ਉਸ ਤਰ੍ਹਾਂ ਦਾ ਕੀਤਾ ਜੇ ਇਹਨਾਂ ਨੇ ਕੋਈ ਬਹੁਤ ਹੋਰ ਖੂਬਸੂਰਤ ਜਲ੍ਹਿਆਂਵਾਲੇ ਬਾਗ ਦੀ ਯਾਦ ਦੇ ਵਿੱਚ ਬਣਾਉਣਾ ਸੀ ਤੇ ਬੜੀ ਜਗ੍ਹਾ ਹੋਰ ਨੇ। ਇਹ ਜਿਹੜੀ ਜਗ੍ਹਾ ਹੈ ਇੱਕ ਬਹੁਤ ਹੀ ਪਵਿੱਤਰ ਜਗ੍ਹਾ ਸੀ। ਇਹਦੇ ਵਿੱਚ ਬਿਲਕੁਲ ਹਾਂ ਇਹ ਤਾਂ ਨਹੀਂ ਹੈ ਵੀ ਉਹਨੂੰ ਡਿੱਗਣ ਦਿੱਤਾ ਜਾਏ, ਚਾਹੇ ਉਹਨੂੰ ਜਿਸ ਤਰ੍ਹਾਂ ਵੀ ਮਰਜ਼ੀ ਉਹਨੂੰ ਇੱਕ ਮਜ਼ਬੂਤ ਕੀਤਾ ਜਾਵੇ, ਪਰੰਤੂ ਉਹਦੀ ਜਿਹੜਾ ਉਹਦਾ ਹੁਲੀਆ ਸੀ ਜਿਸ ਤਰੀਕੇ ਦੇ ਨਾਲ ਹੈਗੀ ਸੀ ਉਹਨੂੰ ਉਸੇ ਤਰ੍ਹਾਂ ਰੱਖਣਾ ਜਿਹੜਾ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਆ। ਜਦੋਂ ਅਸੀਂ ਬਾਹਰਲੇ ਦੇਸ਼ਾਂ 'ਚ ਜਾਂਦੇ ਉਹਨਾਂ ਨੇ ਆਪਣਾ ਹਰ ਇਤਿਹਾਸ ਜਿਹੜਾ ਬੜਾ ਸਾਂਭ ਕੇ ਰੱਖਿਆ। ਜਿਹੜੀ ਪਹਿਲੀ ਜਿਹੜੀ ਲੜਾਈ ਆ ਦੁਨੀਆ ਦੀ, ਦੂਜੀ ਲੜਾਈ, ਉਹਦੇ ਵਿੱਚ ਯੂਰਪ ਦੇ ਵਿੱਚ ਮੈਂ ਗਿਆ, ਉੱਥੇ ਦੇਖਿਆ ਕਿ ਉਹਨਾਂ ਨੇ ਕਿਵੇਂ ਉਸ ਤਰ੍ਹਾਂ ਦੇ ਜਿਹੜੇ ਯਹੂਦੀਆਂ ਨੂੰ ਕਿਸ ਤਰ੍ਹਾਂ ਉੱਥੇ ਮਾਰਿਆ ਗਿਆ ਹਿਟਲਰ ਵੱਲੋਂ, ਉਹਨਾਂ ਦੀਆਂ ਯਾਦਾਂ ਉਹਨਾਂ ਨੇ ਉਸੇ ਤਰ੍ਹਾਂ ਪ੍ਰਜ਼ਰਵ ਕਰਕੇ ਰੱਖੀਆਂ। ਸੋ ਇਹ ਇੱਕ ਬਹੁਤ ਹੀ ਇੱਕ ਹਰ ਜਿਹੜਾ ਵੀ ਇਨਸਾਨ ਹੈ, ਜਿਹੜਾ ਵੀ ਦੇਸ਼ ਨੂੰ ਪਿਆਰ ਕਰਨ ਵਾਲਾ ਸਾਡਾ ਸ਼ਹਿਰੀ ਆ, ਉਹਦੇ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮੁਹਿੰਮ ਦੇ ਨਾਲ ਜੁੜੇ। ਔਰ ਅਸੀਂ ਲੰਬੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਇਹਦੇ ਬਾਰੇ ਜਾਗਰੂਕ ਕੀਤਾ ਜਾਵੇ ਔਰ ਇਹਦੇ ਖਿਲਾਫ ਇੱਕ ਵੱਡੀ ਲੜਾਈ ਜਿਹੜੀ ਆ ਉਹਨੂੰ ਆਰਗੇਨਾਈਜ਼ ਕੀਤਾ ਜਾਵੇ, ਤਾਂ ਕਿ ਸਰਕਾਰ ਨੂੰ ਇਹਦੇ ਗਾੜੀ ਝੁਕਣਾ ਪਵੇ ਕਿ ਇਹਦਾ ਜੋ ਓਰੀਜਨੈਲਿਟੀ ਸੀਗੀ ਜਲ੍ਹਿਆਂਵਾਲੇ ਬਾਗ ਦੀ ਉਹਨੂੰ ਬਹਾਲ ਕੀਤਾ ਜਾਵੇ, ਤਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੁਸ਼ਤਾਂ ਨੇ ਉਹ ਆਪਣੇ ਜਿਹੜੇ ਲੋਕਾਂ ਵੱਲੋਂ ਦਿੱਤੀ ਗਈ ਇਸ ਸ਼ਹਾਦਤ, ਬਹੁਤ ਵੱਡੀ ਸ਼ਹਾਦਤ ਦੇ ਵਿੱਚ ਜਿੱਥੇ ਸੈਂਕੜੇ ਲੋਕਾਂ ਨੇ ਜਿਹੜੀਆਂ ਜਾਨਾਂ ਗਵਾਈਆਂ ਔਰ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਬੇਰਹਿਮੀ ਦੇ ਨਾਲ ਗੋਲੀਆਂ ਦੇ ਨਾਲ ਭੁੰਨਿਆ ਗਿਆ, ਉਹ ਲੋਕਾਂ ਦੇ ਮਨਾਂ ਦੇ ਵਿੱਚ ਤਾਜ਼ਾ ਰਹਿਣ ਔਰ ਉਹਨਾਂ ਨੂੰ ਯਾਦ ਕਰਨ। ਅੱਜ ਗੱਲ ਕੀਤੀ ਜਾਵੇ ਤੇ ਉਦਮ ਸਿੰਘ ਦੀ ਜਿਹੜੀ ਆ ਮੂਰਤ ਨੂੰ ਜਿਹੜਾ ਛੇੜਛਾੜ ਕੀਤੀ ਆ ਉਹਦੇ ਵੱਲੋਂ ਤੁਸੀਂ ਕੀ ਕਹੋਗੇ? ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜੀਆਂ ਸਾਰੀਆਂ ਇਸ ਤਰ੍ਹਾਂ ਦੀਆਂ, ਮੈਂ ਤਾਂ ਕਹਿ ਚੁੱਕਾ ਹਾਂ ਕਿ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਛੇੜਛਾੜ ਕਰਨੀਆਂ ਨੇ, ਇਹਨਾਂ ਨੂੰ ਕਦੀ ਉਹਨਾਂ ਦੇ ਨਾਲ ਉਹਨਾਂ ਦੀ ਬਰਾਦਰੀ ਦਾ ਨਾਂ ਲਾਉਣਾ, ਇਹ ਆਪਣੇ ਆਪ ਦੇ ਵਿੱਚ ਉਦਮ ਸਿੰਘ ਦੇ ਨਾਲ ਇਹ ਵੀ ਖਿਲਵਾੜ ਕੀਤਾ ਗਿਆ ਕਿ ਉਹ ਕਿਹੜੀ ਜਾਤੀ ਦੇ ਵਿੱਚੋਂ ਸੀ। ਇਹ ਜਿਹੜੇ ਸ਼ਹੀਦ ਹੁੰਦੇ ਨੇ ਇਹ ਸਾਰਿਆਂ ਦੇ ਸਾਂਝੇ ਹੁੰਦੇ ਨੇ, ਇਹ ਕਿਸੇ ਬਰਾਦਰੀ ਦੇ ਨਹੀਂ ਹੁੰਦੇ। ਭਗਤ ਸਿੰਘ ਆ, ਉਦਮ ਸਿੰਘ ਆ, ਜਿੰਨੇ ਵੀ ਇਹ ਸਾਡੇ ਸ਼ਹੀਦ ਹੋਏ, ਰਾਜਗੁਰੂ ਸੁਖਦੇਵ ਆ, ਕਿਉਂਕਿ ਜਲ੍ਹਿਆਂਵਾਲਾ ਬਾਗ ਕੇਵਲ ਇਹ ਹੀ ਨਹੀਂ ਕਿ ਲੋਕਾਂ ਨੇ ਉੱਥੇ ਖੂਨ ਡੋਲਿਆ, ਜਲ੍ਹਿਆਂਵਾਲਾ ਬਾਗ ਨੇ ਸਾਡੀ ਆਜ਼ਾਦੀ ਦੀ ਲੜਾਈ ਨੂੰ ਹੋਰ ਤਿੱਖਿਆ ਕਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਸੀ। ਭਗਤ ਸਿੰਘ ਹੋਵੇ, ਚਾਹੇ ਉਹ ਉਦਮ ਸਿੰਘ ਹੋਵੇ, ਚਾਹੇ ਉਹ ਹੋਰ ਜਿਹੜੇ ਸਾਡੇ ਸ਼ਹੀਦ ਸੀਗੇ, ਉਹਨਾਂ ਨੂੰ ਜਿਹੜੀ ਆ ਜਲ੍ਹਿਆਂਵਾਲੇ ਬਾਗ ਦੇ ਸਾਕੇ ਤੋਂ ਹੀ ਪ੍ਰੇਰਨਾ ਮਿਲੀ ਸੀ ਔਰ ਉਹਨਾਂ ਨੇ ਬਹੁਤ ਵੱਡੇ ਆਪਣੀਆਂ ਜਿਹੜੀਆਂ ਫਾਂਸੀ ਦੇ ਫੰਦੇ ਜਿਹੜੇ ਉਹਨਾਂ ਨੇ ਆਪਣੇ ਚੁੰਮ ਕੇ ਆਪਣੇ ਗਲ ਦੇ ਵਿੱਚ ਪਾਏ। ਇਹਦੇ ਬਾਰੇ ਵੀ ਮੇਰੇ ਕੋਲ ਕੋਈ ਇਹਦੇ ਇਸ ਤਰ੍ਹਾਂ ਦਾ ਡਾਟਾ ਨਹੀਂ ਹੈ, ਪਰੰਤੂ ਇਹਦੇ ਬਾਰੇ ਕੁਝ ਲੋਕਾਂ ਨੇ ਜਿਹੜੇ ਜਾਣਕਾਰੀ ਕਰਦੇ ਆ ਕਿ ਕਿਸ ਤਰ੍ਹਾਂ ਦੇ ਕੰਮ ਦੇ ਉੱਤੇ ਕਿੰਨਾ ਕੁ ਖਰਚਾ ਆਉਂਦਾ, ਉਹਨਾਂ ਨੇ ਇਸ ਗੱਲ ਦੀ ਖਦਸ਼ਾ ਜ਼ਾਹਰ ਕੀਤੀ ਆ। ਔਰ ਈਵਨ ਜਿਹੜੇ ਸਾਡੇ ਆਪਣੇ ਭੈਣ ਜੀ ਜਿਹੜੇ ਇਹ ਬੀਜੇਪੀ ਦੇ ਮੰਤਰੀ ਰਹੇ ਨੇ, ਉਹਨਾਂ ਨੇ ਵੀ ਇਸ ਗੱਲ ਦਾ ਜਿਹੜਾ ਖਦਸ਼ਾ ਜ਼ਾਹਰ ਕੀਤਾ ਕਿ ਇਹਦਾ ਜਿਹੜਾ ਵਾ ਬਿਲਕੁਲ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਇਹਦੇ 'ਤੇ ਪੈਸਾ ਜਿਹੜਾ ਲੱਗਾ ਵੀ ਹੈ ਕਿ ਨਹੀਂ ਲੱਗਾ, ਕਿਉਂਕਿ ਅਕਸਰ ਕਿਤੇ ਨਾ ਕਿਤੇ ਜਿਹੜੀ ਆ ਕੋਈ ਸੁਲਗਦੀ ਹੋਵੇ ਗੱਲ, ਉੱਥੋਂ ਹੀ ਧੂੰਆਂ ਨਿਕਲੇਗਾ, ਦੂਜੀ ਗੱਲ ਉਸ ਤਰ੍ਹਾਂ ਨਹੀਂ ਹੋ ਸਕਦੀ। ਸੋ ਇਸ ਬਾਰੇ ਵੀ ਲੋਕਾਂ ਨੇ ਵੱਖ-ਵੱਖ ਜਿਹੜੀਆਂ ਸਾਈਡ ਦੇ ਉੱਤੋਂ ਇਸ ਤਰ੍ਹਾਂ ਦੇ ਆਇਆ ਸਾਹਮਣੇ ਕਿ ਇਹਦੇ ਵਿੱਚ ਇਸ ਤਰ੍ਹਾਂ ਦੀ ਹੇਰਾਫੇਰੀ ਵੀ ਹੋਈ ਆ। ਇਹ ਜਿਹੜੇ ਸ਼ਹੀਦਾਂ ਦੇ ਨਾਂ ਦੇ ਉੱਤੇ ਵੀ
ਪੈਸੇ ਜਿਹੜੇ ਆ ਉਹਨਾਂ ਦੀ ਸਹੀ ਵਰਤੋਂ ਨਹੀਂ ਕੀਤੀ ਗਈ, ਕਿਉਂਕਿ ਸਾਡੇ ਸਮਾਜ ਦਾ ਇਹ ਇੱਕ ਜਿਹੜੀ ਰਿਸ਼ਵਤ ਆ, ਹੇਰਾਫੇਰੀ ਆ, ਉਹ ਹਿੱਸਾ ਬਣ ਚੁੱਕੀ ਹੈ।